ਅਜੀਤ ਵੈਬ ਟੀਵੀ ਵੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਸਾਡੇ ਦਰਮਿਆਨ ਅਜੀਤ ਉਪ ਦਫ਼ਤਰ ਬੰਗਾ ਵਿਖੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਹਨ ਬੀਬੀ ਮਨਜੀਤ ਕੌਰ ਜੀ ਬੋਲਾ, ਜਿਨ੍ਹਾਂ ਦਾ ਜਿੱਥੇ ਸਮਾਜਿਕ ਖੇਤਰ ਵਿੱਚ ਵੱਡਾ ਯੋਗਦਾਨ ਹੈ, ਉੱਥੇ ਕਿਸਾਨੀ ਖੇਤਰ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਆ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਲੰਬੇ ਸਮੇਂ ਤੋਂ ਇਹ ਕਿਸਾਨੀ ਸੰਘਰਸ਼ ਦੇ ਨਾਲ जुड़े हुए हैं। ਵੱਖ-ਵੱਖ ਪਰਿਵਾਰਾਂ ਦੇ ਨਾਲ ਇਹਨਾਂ ਦਾ ਬਹੁਤ ਤਾਲਮੇਲ है। आओ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਵਾਉਂਦੇ ਹਾਂ। ਬੀਬੀ ਮਨਜੀਤ ਕੌਰ ਜੀ, ਸਭ ਤੋਂ ਪਹਿਲਾਂ ਅਜੀਤ ਵੈਬ ਟੀਵੀ ਵੱਲੋਂ ਆਪ ਜੀ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਅਜੀਤ ਵੈਬ ਟੀਵੀ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ। ਸ਼ੁਕਰੀਆ। ਤੁਸੀਂ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਨਾਲ जुड़े हो, ਉਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਹੋ ਜਿਹਾ ਮਾਹੌਲ ਬਣ ਰਿਹਾ ਆ ਤੇ ਤੁਸੀਂ ਪਰਿਵਾਰਾਂ ਦੇ ਨਾਲ ਕਿਸ ਤਰ੍ਹਾਂ ਜੁੜ ਰਹੇ ਹੋ? ਮੈਂ ਚਾਹੁੰਦੀ ਹਾਂ ਕਿ ਤਿੰਨੋਂ ਕਾਲੇ ਕਾਨੂੰਨ ਜਿਹੜੇ ਕਿ ਦੇਸ਼ ਦੀ ਤਬਾਹੀ ਦਾ ਸੰਕੇਤ ਦੇ ਰਹੇ ਆ, ਇਹ ਰੱਦ ਹੋਣੇ ਚਾਹੀਦੇ ਆ। ਸੰਘਰਸ਼ ਐਵੇਂ ਨਹੀਂ ਵਿੱਢਿਆ ਗਿਆ, ਪੰਜਾਬ ਨੇ ਇਕੱਲੇ ਨੇ ਨਹੀਂ ਵਿੱਢਿਆ, ਪੂਰੇ ਦੇਸ਼ ਵਿੱਚ ਇਸ ਵੇਲੇ ਇਹ ਸੰਘਰਸ਼ ਚੱਲ ਰਿਹਾ। ਇਹਦਾ ਮਤਲਬ ਹੈ ਕਿ ਪੂਰਾ ਦੇਸ਼ ਮਹਿਸੂਸ ਕਰਦਾ ਕਿ ਤਿੰਨੋਂ ਕਾਨੂੰਨ ਬਹੁਤ ਖਤਰਨਾਕ ਹਨ। ਪਤਾ ਨਹੀਂ ਕਿਉਂ ਸਾਡੀਆਂ ਸਰਕਾਰਾਂ ਨੂੰ ਇਹ ਸਮਝ ਨਹੀਂ ਆਉਂਦੀ। ਗੱਦੀ 'ਤੇ ਬੈਠੇ ਜਿਹੜੇ ਸਾਡੇ ਲੀਡਰ ਆ, ਉਹਨਾਂ ਦੇ ਕਿਹੜੇ ਹਿੱਤ ਆ ਜਿਹੜੇ ਕਿਸਾਨਾਂ ਦੇ ਬਾਰੇ ਜਾਂ ਆਪਣੇ ਦੇਸ਼ ਦੇ ਬਾਰੇ ਉਹਨਾਂ ਨੂੰ ਸੋਚਣ ਨਹੀਂ ਦੇ ਰਹੇ। ਵੈਸੇ ਤਾਂ ਸਭ ਨੂੰ ਪਤਾ ਆ, ਕਾਰਪੋਰੇਟ ਘਰਾਣਿਆਂ ਲਈ ਜੋ ਉਹਨਾਂ ਦੀ ਹਮਦਰਦੀ ਆ, ਉਹ ਦੇਸ਼ ਲਈ ਜਾਂ ਕਿਸਾਨਾਂ ਲਈ ਜਾਂ ਸਾਡੇ ਦੇਸ਼ ਦੀ ਆਮ ਜਨਤਾ ਲਈ ਉਹਨਾਂ ਦੇ ਵਿੱਚ ਉਹ ਹਮਦਰਦੀ ਹੈ ਨਹੀਂ। ਨਾ ਉਹਨਾਂ ਨੂੰ ਇੱਦਾਂ ਲੱਗਦਾ ਇਸ ਵੇਲੇ ਦੇਸ਼ ਦੀ ਉਹਨਾਂ ਨੂੰ ਖੁਸ਼ਹਾਲੀ ਚਾਹੀਦੀ ਆ। ਗੱਲਾਂ ਜ਼ਰੂਰ ਕਰ ਰਹੇ ਆ ਕਿ ਅਸੀਂ ਵਿਕਾਸ ਕਰ ਰਹੇ ਹਾਂ, ਵਿਕਾਸ ਨਹੀਂ ਵਿਨਾਸ਼ ਕਰ ਰਹੇ ਹਾਂ। ਜੇ ਗੰਭੀਰਤਾ ਨਾਲ ਸੋਚਣ ਤਾਂ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਉਹ ਸਹੀ ਰਸਤੇ ਜਾ ਰਹੇ ਆ ਕਿ ਗਲਤ ਰਸਤੇ ਜਾ ਰਹੇ ਆ। ਪਤਾ ਨਹੀਂ ਕਦੋਂ ਉਹਨਾਂ ਨੂੰ ਅਕਲ ਆਵੇਗੀ, ਕਦੋਂ ਉਹਨਾਂ ਦੀ ਬੁੱਧੀ ਟਿਕਾਣੀ ਆਵੇਗੀ। ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹਨਾਂ ਨੂੰ ਸਮੱਤ ਬਖਸ਼ੇ। ਮੇਰਾ ਦੇਸ਼ ਜਿਹਦੇ ਵਾਸਤੇ ਬੜਾ ਖੂਨ ਬਹਾਇਆ, ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਆਪਣੇ ਪਰਿਵਾਰ ਕੁਰਬਾਨ ਕਰ ਦਿੱਤੇ, ਆਪਣੇ ਸੁੱਖ ਕੁਰਬਾਨ ਕਰ ਦਿੱਤੇ, ਪਰ ਕੀ ਉਹਦੀ ਕੀਮਤ, ਕੀ ਜੋ ਉਹ ਚਾਹੁੰਦੇ ਸੀ ਉਹਨਾਂ ਦੇ ਸੁਪਨੇ ਸਾਕਾਰ ਹੋਏ? ਅੱਜ ਜੇ ਸੋਚਿਆ ਜਾਵੇ ਤੇ ਉਹਨਾਂ ਦੀਆਂ ਰੂਹਾਂ ਰੋਂਦੀਆਂ ਹੀ ਨਹੀਂ ਹੋਣਗੀਆਂ, ਕੰਬਦੀਆਂ ਹੋਣਗੀਆਂ, ਕੁਰਲਾਉਂਦੀਆਂ ਹੋਣਗੀਆਂ, ਜਿੱਧਰ ਨੂੰ ਸਾਡੇ ਨੇਤਾਵਾਂ ਨੇ ਸਾਡੇ ਦੇਸ਼ ਦੇ ਹਾਲਾਤ ਲਿਜਾਣ ਦਾ ਯਤਨ ਕੀਤਾ ਔਰ ਲੈ ਵੀ ਗਏ ਆ। ਉਸ ਪਾਸੇ ਨੂੰ ਨਫ਼ਰਤ ਦੇ ਬੀਜ ਬੀਜੇ ਜਾ ਰਹੇ ਆ। ਨੇਤਾਵਾਂ ਨੂੰ, ਚਾਹੇ ਉਹ PM ਹੈ, ਮੈਂ ਕਿਸੇ ਦਾ ਪਰਸਨਲ ਨਾਂ ਲੈਣਾ ਨਹੀਂ ਚਾਹੁੰਦੀ, ਪਰ ਮਜਬੂਰ ਹੋ ਕੇ ਮੈਨੂੰ ਕਹਿਣਾ ਪੈ ਰਿਹਾ। ਇਹਨਾਂ ਨੂੰ ਸਿਰਫ ਇਹ ਆ ਕਿ ਅਸੀਂ ਆਪਣੇ ਮੂੰਹ ਮੀਆਂ ਮਿੱਠੂ ਬਣੀ ਜਾਈਏ, ਆਪਣਾ ਪ੍ਰਚਾਰ ਆਪੇ ਹੀ ਕਰੀ ਜਾਈਏ। ਜੋ ਅਸੀਂ ਚਾਹੁੰਦੇ ਹਾਂ, ਚਾਹੇ ਉਹ ਗਲਤ ਹੈ ਚਾਹੇ ਉਹ ਸਹੀ ਆ, ਡਿਕਟੇਟਰ ਬਣ ਗਿਆ। ਡਿਕਟੇਟਰਸ਼ਿਪ ਆਪਣੀ ਚਲਾਈਏ। ਦੇਸ਼ ਦੇ ਵਾਸਤੇ ਸੋਚਣ ਦੀ ਉਹਨਾਂ ਨੂੰ ਲੋੜ ਨਹੀਂ। ਸਿਰਫ ਆਪਣਾ ਨਾਂ ਚਾਹੁੰਦੇ ਆ। ਵੱਡੇ ਵੱਡੇ ਬੁੱਤ ਬਣਾ ਲਏ, ਵੱਡੇ ਵੱਡੇ ਉਹਨਾਂ ਨੇ ਸੁਰੰਗਾਂ ਬਣਾ ਲਈਆਂ। ਉਹ ਕਾਹਤੇ ਬਣਾ ਰਹੇ ਆ? ਜਿੱਥੇ ਦੇਸ਼ ਦੀ ਜਨਤਾ ਨੂੰ ਦੋ ਡੰਗ ਰੋਟੀ ਨਹੀਂ ਪੂਰੀ ਨਸੀਬ, ਜਿੱਥੇ ਸੜਕਾਂ ਦੇ ਉੱਤੇ ਹਰ ਵਰਗ ਆ ਚੁੱਕਾ, ਉੱਥੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ। ਪਹਿਲਾਂ ਜਿਹੜੇ ਮੁੱਢਲੀਆਂ ਅਤੇ ਜ਼ਰੂਰੀ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ, ਉਸ ਤੋਂ ਬਾਅਦ ਜਿਹੜੀ ਐਸ਼ੋ ਇਸ਼ਰਤ ਦੀਆਂ ਗੱਲਾਂ ਸੋਚਣੀਆਂ ਚਾਹੀਦੀਆਂ। PM ਰੋਜ਼ ਮੇਰੇ ਖਿਆਲ 'ਚ ਕਦੇ ਨਾਗਾ ਪਿਆ ਹੋਊਗਾ ਜਦੋਂ ਬਾਹਰਲੀ ਸੈਰ ਨਹੀਂ ਸੀ ਕਰਦਾ। ਕਿੱਥੋਂ ਆਉਂਦੇ ਉਹ ਪੈਸੇ? ਕਿ ਜਨਤਾ ਦੇ ਨਹੀਂ? ਸਾਡੇ ਦੇਸ਼ ਦੇ ਜਿਹੜੇ ਬੱਚੇ ਆ, ਉਹਨਾਂ ਵਾਸਤੇ ਇੱਥੇ ਰੁਜ਼ਗਾਰ ਨਹੀਂ, ਉਹਨਾਂ ਵਾਸਤੇ ਨੌਕਰੀਆਂ ਨਹੀਂ, ਉਹਨਾਂ ਵਾਸਤੇ ਪੈਨਸ਼ਨਾਂ ਨਹੀਂ। ਮਨਿਸਟਰਾਂ ਦੀਆਂ, ਲੀਡਰਾਂ ਦੀਆਂ ਪੈਨਸ਼ਨਾਂ ਵੀ ਆ। ਇੱਕ ਇੱਕ ਬੰਦਾ 9-9 ਪੈਨਸ਼ਨਾਂ ਲੈ ਰਿਹਾ, ਜਦ ਕਿ ਉਸ ਦੇ ਯੋਗ ਵੀ ਨਹੀਂ, ਜਿਨ੍ਹਾਂ ਨੇ ਸਾਰੀਆਂ ਉਮਰਾਂ ਯੂਨੀਵਰਸਿਟੀਆਂ ਵਿੱਚ ਗਾਲ ਦਿੱਤੀਆਂ ਪੜ੍ਹਾਈ 'ਤੇ, ਔਰ ਫਿਰ ਉਹਨਾਂ ਨੇ ਇੰਨੀਆਂ ਖੋਜਾਂ ਵੀ ਕੀਤੀਆਂ, ਮਿਹਨਤਾਂ ਵੀ ਕੀਤੀਆਂ,
ਉਹਨਾਂ ਨੂੰ ਵੀ ਕਹਿੰਦੇ ਪੈਨਸ਼ਨ ਨਹੀਂ ਦੇਣੀ। ਅਸੀਂ ਲੱਕੀ ਸੀ ਕਿ ਸਾਨੂੰ ਅੱਜ ਪੈਨਸ਼ਨ ਮਿਲਦੀ ਆ, ਅਸੀਂ ਰੋਟੀ ਖਾ ਰਹੇ ਹਾਂ, ਪਰ ਆਉਣ ਵਾਲੇ ਬੱਚੇ ਕਿਵੇਂ ਰੋਟੀ ਖਾਣਗੇ, ਉਹਨਾਂ ਨੇ ਕਿਵੇਂ ਗੁਜ਼ਾਰਾ ਹੋਏਗਾ, ਦੇਸ਼ ਨੂੰ ਤਰੱਕੀ ਵੱਲ ਕਿਸ ਪਾਸਿਓਂ ਲਿਜਾ ਰਹੇ ਸਾਨੂੰ ਤਾਂ ਸਮਝ ਨਹੀਂ ਆਉਂਦੀ। ਜਾਂ ਤਾਂ ਸਾਡੀ ਬੁੱਧੀ ਜਿਹੜੀ ਆ ਉਹ ਘੱਟ ਆ, ਅਤੇ ਜਾਂ ਫਿਰ ਇੱਦਾਂ ਆ ਕਿ ਨੇਤਾਵਾਂ ਨੂੰ ਸਮਝ ਨਹੀਂ। ਇਹ ਅਸੀਂ ਜੇ ਫੈਸਲਾ ਕਰਦੇ ਹਾਂ ਤਾਂ ਸ਼ਾਇਦ ਇਨਸਾਫ ਨਹੀਂ ਹੋਏਗਾ। ਬੈਟਰ ਆ ਕਿ ਜੋ ਜਨਤਾ ਫੈਸਲਾ ਕਰ ਰਹੀ ਆ ਉਹਦੇ 'ਤੇ ਵਿਚਾਰ ਕਰ ਲੈਣ। ਅਤੇ ਮੈਂ ਤਾਂ ਇਹ ਸੋਚਦੀ ਹਾਂ ਕਿ ਤਿੰਨੋਂ ਕਾਨੂੰਨ ਰੱਦ, ਇਹ ਤਿੰਨੋਂ ਹੀ ਨਹੀਂ, ਇਹਦੇ ਨਾਲ ਹੋਰ ਬਹੁਤ ਸਾਰੇ ਆ। ਨਿੱਤ ਨਵਾਂ ਇੱਦਾਂ ਦਾ ਕਾਨੂੰਨ ਆ ਰਿਹਾ ਜਿਹੜਾ ਖੁਸ਼ਹਾਲੀ ਦਾ ਨਹੀਂ ਸਗੋਂ ਤਬਾਹੀ ਦਾ ਸੂਚਕ ਆ। ਉਹ ਸਾਰੇ ਤੁਸੀਂ ਜਿਹੜੇ ਇਸ ਸੰਘਰਸ਼ ਦੇ ਨਾਲ ਜੁੜੇ ਰਹੇ ਹੋ, ਤੁਸੀਂ ਉੱਥੇ ਸਿੰਘੂ ਬਾਰਡਰ 'ਤੇ ਵੀ ਗਏ ਹੋ, ਗਾਜੀਪੁਰ ਬਾਰਡਰ 'ਤੇ ਵੀ ਗਏ ਹੋ, ਟਿੱਕਰੀ ਬਾਰਡਰ 'ਤੇ ਵੀ ਗਏ ਹੋ, ਉੱਥੋਂ ਦੇ ਤੁਸੀਂ ਅਨੁਭਵ ਕੀ ਸਮਝਦੇ ਆ? ਕਿਹੋ ਜਿਹੇ ਹਾਲਾਤ ਬਣ ਰਹੇ ਆ ਔਰ ਸਰਕਾਰ ਕਿਹੋ ਜਿਹੇ ਹਾਲਾਤ ਬਣਾਉਣ ਜਾ ਰਹੀ ਹੈ? ਜੇ ਇਹਦਾ ਹੱਲ ਕੀ ਹੋ ਸਕਦਾ ਹੈ? ਸਰਕਾਰ ਦਾ ਤਾਂ ਪੂਰਾ ਯਤਨ ਆ ਕਿ ਇਸ ਸੰਘਰਸ਼ ਨੂੰ ਅਸਫਲ ਕਰ ਦੇਵੇ ਤਾਂ ਕਿ ਉਹ ਆਪਣੇ ਮਕਸਦ 'ਚ ਪੂਰਾ ਹੋ ਜਾਵੇ। ਪਰ ਜਿਹੜੇ ਕਿਸਾਨ ਆ, ਮਜ਼ਦੂਰ ਹੈ, ਜਾਂ ਕੋਈ ਵੀ ਤਬਕਾ ਦੇਸ਼ ਦਾ ਆਮ ਆ ਜਨਤਾ ਦਾ, ਉਹ ਦ੍ਰਿੜਿਆ ਕਿ ਉਹਨਾਂ ਨੇ ਦੇਸ਼ ਨੂੰ ਬਚਾਉਣਾ ਆ, ਉਹ ਕੁਰਬਾਨੀਆਂ ਦੇਣ ਲਈ ਤਿਆਰ ਆ। ਇਹ ਗੱਲ ਅਲੱਗ ਆ ਕਿ ਉਦੋਂ ਕੁਰਬਾਨੀ ਹੋਰ ਤਰ੍ਹਾਂ, ਪਹਿਲਾਂ ਆਜ਼ਾਦੀ ਤੋਂ ਪਹਿਲਾਂ ਹੋਰ ਤਰ੍ਹਾਂ ਕੁਰਬਾਨੀ ਦੇਣੀ ਪਈ ਆ, ਹੁਣ ਹੋਰ ਤਰ੍ਹਾਂ ਦੇਣੀ ਪੈ ਰਹੀ ਆ। ਹੁਣ ਉਹ ਸ਼ਾਂਤੀਮਈ ਉੱਥੇ ਬੈਠੇ ਆ, ਸ਼ਾਂਤ ਸੰਘਰਸ਼ ਚਲਾ ਰਹੇ ਆ, ਪਰ ਸਰਕਾਰ ਦੀ ਕੋਸ਼ਿਸ਼ ਆ ਕਿ ਇਹਨੂੰ ਹਿੰਸਕ ਰੂਪ ਦੇ ਦਿੱਤਾ ਜਾਵੇ। ਇਹਦੇ ਵਾਸਤੇ ਉਹ ਨਿੱਤ ਚਾਲਾਂ ਚੱਲ ਰਹੀ ਸਰਕਾਰ। ਕਦੇ ਉੱਥੇ ਕੋਈ ਹੱਥਕੰਡਾ ਵਰਤਦੀ ਆ, ਕਦੇ ਪਿੱਛੇ ਜੇ ਹੁਣ ਤੁਸੀਂ 3-4 ਦਿਨ ਦੀ ਗੱਲ ਆ ਕਿ ਕਿਸਾਨਾਂ ਦੇ 3 ਤੰਬੂ ਜਿਹੜੇ ਆ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ। ਕਿੱਡੀ ਸ਼ਰਮਨਾਕ ਗੱਲ ਆ। ਜਿਹੜੇ ਤਾਂ ਉਹਨਾਂ ਤੋਂ ਕੁਛ ਮੰਗਦੇ ਨਹੀਂ, ਜੋ ਉਹਨਾਂ ਦੇ ਕੋਲ ਆ, ਜੋ ਉਹਨਾਂ ਦਾ ਆ, ਉਹੀ ਆਪਣੇ ਕੋਲ ਰੱਖਣਾ ਚਾਹੁੰਦੇ ਆ। ਜੇ ਉਹ ਲਈ ਉਹ ਆਪਣਾ ਸੰਘਰਸ਼ ਕਰ ਰਹੇ ਆ ਉਹ ਵੀ ਸ਼ਾਂਤੀਪੂਰਵਕ, ਕੋਈ ਹੋਰ ਹੁੰਦਾ ਨਾ, ਇਹ ਲੀਡਰ ਹੀ ਹੁੰਦੇ। ਅਤੇ ਇਹਨਾਂ ਨੇ ਹੁਣ ਪਤਾ ਨਹੀਂ ਕਿੰਨੇ ਕੁ ਮਰਵਾਣੇ ਸੀਗੇ ਆਪਣੇ ਹਿੱਤਾਂ ਦੀ ਖਾਤਰ। ਪਰ ਇਹ ਬੜਾ ਵੱਡਾ ਜਿਗਰਾ ਆ, ਬਹੁਤ ਸਮਝਦਾਰ ਆ ਕਿ ਜਿਹੜੇ ਕਿਸਾਨੀ ਨੇਤਾ ਆ, ਕਿਸਾਨਾਂ ਦੇ ਆਗੂ ਆ, ਕਿ ਉਹ ਬੜੇ ਸ਼ਾਂਤੀਮਈ ਇੱਦਾਂ ਦੇ ਹਾਲਾਤਾਂ ਵਿੱਚ ਵੀ ਜਿੱਥੇ ਖਤਰਨਾਕ ਖੇਡਾਂ ਖੇਡੀਆਂ ਜਾ ਰਹੀਆਂ ਹੋਣ, ਫਿਰ ਵੀ ਸ਼ਾਂਤੀਮਈ ਸੰਘਰਸ਼ ਚਲਾ ਰਹੇ ਆ। ਔਰ ਪਤਾ ਨਹੀਂ ਉਹਨਾਂ ਨੂੰ ਰੱਬ ਨੇ ਕਿੱਥੋਂ ਇੰਨਾ ਹਿੰਮਤ, ਇੰਨਾ ਸਬਰ ਦੇ ਦਿੱਤਾ ਕਿ ਉਹ ਸਭ ਕੁਛ ਬਰਦਾਸ਼ਤ ਕਰ ਰਹੇ ਆ। ਮੈਂ ਉਹਨਾਂ ਅੱਗੇ ਸਿਰ ਝੁਕਾਉਂਦੀ ਹਾਂ, ਉਹਨਾਂ ਦੀ ਹਿੰਮਤ ਅੱਗੇ ਅਤੇ ਉਹਨਾਂ ਦੇ ਸਬਰ ਦੇ ਅੱਗੇ ਕਿ ਕਿਵੇਂ ਉਹ ਸਭ ਕੁਛ ਬਰਦਾਸ਼ਤ ਕਰਦੇ। ਮੈਂ ਖੁਦ ਸੋਚਦੀ ਹਾਂ ਕਿ ਬਹੁਤ ਮੁਸ਼ਕਿਲ ਆ ਇੰਨਾ ਜ਼ੁਲਮ ਬਰਦਾਸ਼ਤ ਕਰਨਾ। ਤੁਸੀਂ ਇਹਨਾਂ ਪਰਿਵਾਰਾਂ ਦੀ ਕਿਸ ਤਰ੍ਹਾਂ ਮਦਦ ਕਰ ਰਹੇ ਹੋ, ਜਾਂ ਜਿਹੜੇ ਸ਼ਹੀਦ ਹੋਏ ਪਰਿਵਾਰ ਹੈ, ਜਿਹੜੇ ਆਪਣੀਆਂ ਜਾਨਾਂ ਗਵਾ ਚੁੱਕੇ ਆ ਕਿਸਾਨੀ ਸੰਘਰਸ਼ ਦੇ ਵਿੱਚ, ਉਹਨਾਂ ਨਾਲ ਕਿਸ ਤਰ੍ਹਾਂ ਸੰਪਰਕ ਕਰ ਰਹੇ ਹੋ? ਮੈਂ ਸਭ ਤੋਂ ਪਹਿਲਾਂ ਤਾਂ ਕੰਮ ਇਹ ਸੀ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਇਹ ਸੰਘਰਸ਼ ਜਦੋਂ ਸ਼ੁਰੂ ਹੋਇਆ, ਮੋਰਚੇ ਲਗਾਏ ਗਏ, ਤਾਂ ਮੈਂ ਆਪਣੇ ਏਰੀਏ ਦੇ ਵਿੱਚ ਜਿੱਥੇ ਵੀ ਪਹੁੰਚ ਸਕਦੀ ਸੀ ਉੱਥੇ ਪੈਂਫਲੇਟ ਵੰਡ ਕੇ ਇਹਨਾਂ ਤਿੰਨੋਂ ਕਾਨੂੰਨਾਂ ਦੇ ਕੀ ਪ੍ਰਭਾਵ ਹੋਣੇ ਆ, ਇਹਨਾਂ ਦਾ ਇਹ ਮਾਰੂ ਪ੍ਰਭਾਵ ਕੀ ਹੋਣੇ ਆ, ਉਹ ਸਾਰੇ ਜਿਹੜੇ ਆ, ਕਿਉਂਕਿ ਹੈ ਹੀ ਮਾਰੂ ਪ੍ਰਭਾਵ ਹੋਣੇ, ਹੋਰ ਇਹਨਾਂ ਦਾ ਫਾਇਦਾ ਨਹੀਂ ਹੋਣਾ ਕੋਈ ਵੀ, ਉਹਦੇ ਬਾਰੇ ਇੱਕ ਬਰੀਫ ਦੇ ਵਿੱਚ ਤਿੰਨੋਂ ਪਹਿਲਾਂ ਮੈਂ ਕਾਨੂੰਨ ਜਿਹੜੇ ਇਹਨਾਂ ਨੇ ਅਧਿਆਦੇਸ਼ ਬਣਾਏ ਸੀ ਉਹ ਪੜ੍ਹੇ, ਫਿਰ ਉਹਨਾਂ ਦੇ ਉੱਤੇ ਡੂੰਘਾਈ ਦੇ ਵਿੱਚ ਵਿਚਾਰ ਕਰਕੇ ਲਿਖਿਆ ਅਤੇ ਉਹ ਸਾਰੇ ਪੰਜਾਬ ਦੇ ਵਿੱਚ ਵੰਡੇ। ਉਸ ਤੋਂ ਬਾਅਦ ਹਿੰਦੀ ਵਿੱਚ ਵੀ ਛਪਾਏ ਸੀ ਪੰਜਾਬ ਤੋਂ ਬਾਹਰ ਵੰਡਣ ਲਈ, ਪਰ ਉਹ ਮੌਕਾ ਨਹੀਂ ਮਿਲਿਆ, ਮੇਰੇ ਕੋਲ ਪਏ ਰਹਿ ਗਏ, ਕਿਉਂਕਿ ਉਸ ਤੋਂ ਬਾਅਦ ਜਦੋਂ 26 ਜਨਵਰੀ ਨੂੰ ਹਾਲਾਤ ਇੱਦਾਂ ਦੇ ਪੈਦਾ ਕਰ ਦਿੱਤੇ ਕਿ ਮੈਂ ਨਾਲ ਲੈ ਕੇ ਗਈ ਸੀ ਕਿ ਉਸ ਤੋਂ ਜਿਹੜੇ ਉੱਤਰ ਪ੍ਰਦੇਸ਼ ਆ ਜਾਂ ਯੂਪੀ ਆ, ਉੱਤਰਾਂਚਲ ਆ, ਉੱਧਰ ਵੀ ਵੰਡ ਕੇ ਆਵਾਂਗੀ, ਪਰ ਉਹ ਵੰਡ ਨਹੀਂ ਸਕੀ ਕਿਉਂਕਿ ਇੱਥੇ ਸੱਚ ਕਹਿਣਾ ਵੀ ਜਿਹੜਾ ਉਹ ਜੁਰਮ ਆ। ਜਿਵੇਂ ਸ਼ਹੀਦ ਪਰਿਵਾਰਾਂ ਦੇ ਲਈ ਮੈਂ ਕਹਿ ਰਹੀ ਸੀ, ਤੁਸੀਂ ਕੀ ਮਦਦ ਕਰ ਰਹੇ ਆ, ਕੀ ਕੋਸ਼ਿਸ਼ ਕਰ ਰਹੇ ਹੋ? ਸ਼ਹੀਦ ਪਰਿਵਾਰਾਂ ਲਈ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਕਿ ਕਿਸਾਨੀ ਸੰਘਰਸ਼ ਲਈ ਮੈਂ ਪਹਿਲਾਂ ਤਾਂ ਇੱਥੇ ਸੀਗਾ ਕਿ ਸਾਨੂੰ ਇਹਨਾਂ ਨੂੰ ਜਿਹੜੇ ਮੋਰਚਿਆਂ 'ਤੇ ਬੈਠੇ ਉਹਨਾਂ ਨੂੰ ਉੱਥੇ ਰਾਸ਼ਨ ਦੀ ਪ੍ਰੋਬਲਮ ਸੀ, ਉਹ ਪੁੱਜਦੀ ਕਰਦੀ ਸੀ। ਪਰ ਉਸ ਤੋਂ ਬਾਅਦ ਜਦੋਂ ਕਾਫੀ ਸਾਰੇ ਸ਼ਹੀਦ ਹੋ ਗਏ, ਫਿਰ ਮੈਨੂੰ ਲੱਗਾ ਕਿ ਇੱਧਰ ਵੀ ਕਿਸੇ ਨੂੰ ਧਿਆਨ ਦੇਣਾ ਪਏਗਾ, ਕਿਉਂਕਿ ਜਿਹੜੇ ਕਿਸਾਨ ਆਗੂ ਆ ਉਹ ਉੱਥੇ ਆਪਣਾ ਸੰਘਰਸ਼ ਜਾਰੀ ਰੱਖ ਰਹੇ ਆ, ਅਤੇ ਮੈਂ ਇਹ ਆਪਣੇ ਸਿਰ ਇਹ ਡਿਊਟੀ ਲੈ ਲਈ। ਅਤੇ ਮੈਂ ਜਿੰਨੇ ਇਕੱਲੇ ਜ਼ਿਲ੍ਹੇ ਦੇ ਵਿੱਚ ਸੋਚਿਆ ਕਿ ਜਾ ਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਿਆ ਜਾਵੇ, ਉਹਨਾਂ ਨੂੰ
ਉਹਨਾਂ ਦੇ ਹਾਲਾਤ ਕੀ ਆ ਦੇਖੇ ਜਾਣ। ਜੇ ਕਿਸੇ ਨੂੰ ਹੈਲਪ ਦੀ ਲੋੜ ਆ ਤਾਂ ਉਹ ਦਿੱਤੀ ਜਾਵੇ। ਜਿਸ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ, ਜਾਂ ਜਿਸ ਪਰਿਵਾਰ ਦੇ ਕਮਾਊ ਮੈਂਬਰ ਚਲੇ ਗਿਆ, ਗਾਂ ਕੋਈ ਵੀ ਕਮਾਊ ਮੈਂਬਰ ਨਹੀਂ, ਉਹਨਾਂ ਨੂੰ ਮੈਂ ਆਪਣਾ ਐਡਰੈਸ ਦੇ ਦਿੰਦੀ ਹਾਂ। ਉਹਨਾਂ ਨੂੰ ਕਹਿੰਦੀ ਮੇਰੇ ਨਾਲ ਸੰਪਰਕ ਕਰੋ, ਅਤੇ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਦਾ ਮੈਂ ਨੋਟ ਕਰ ਲਿਆਉਂਦੀ ਹਾਂ। ਇਸੇ ਤਰ੍ਹਾਂ ਕੁਛ ਪਰਿਵਾਰ ਜਿਹੜੇ ਆ ਜਿਨ੍ਹਾਂ ਦੇ ਬੱਚੇ ਬਹੁਤ ਛੋਟੇ ਆ ਜਾਂ ਪੜ੍ਹਦੇ ਆ, ਉਹਨਾਂ 'ਚ ਕਮਾਉਣ ਵਾਲਾ ਘਰ 'ਚ ਕੋਈ ਨਹੀਂ ਰਿਹਾ, ਉਹਨਾਂ ਦੇ ਬੱਚਿਆਂ ਦੀ ਪਰਵਰਿਸ਼ ਦੀ ਜਾਂ ਪੜ੍ਹਾਈ ਦੀ ਜ਼ਿੰਮੇਵਾਰੀ ਮੈਂ ਇੱਕ ਸੁਸਾਇਟੀ ਬਣਾਈ ਵਾ, ਸਾਡੀ ਸੁਸਾਇਟੀ ਨੇ ਲੈ ਲਈ ਆ। ਅਤੇ ਉਹਨਾਂ ਨੂੰ ਅਸੀਂ 2000 ਰੁਪਇਆ ਪਰ ਮੰਥ ਜਿਹੜਾ ਆ ਅਸੀਂ 2 ਸਾਲ ਲਈ ਹੈਲਪ ਦੇਵਾਂਗੇ। ਜਿਨ੍ਹਾਂ ਦੇ ਪਰਿਵਾਰ ਦਾ ਮੈਂਬਰ ਸ਼ਹੀਦ ਹੋ ਗਿਆ, ਕਮਾਉਣ ਵਾਲਾ ਕੋਈ ਨਹੀਂ, ਬੱਚੇ ਪੜ੍ਹਦੇ ਆ ਜਾਂ ਬੱਚੇ ਛੋਟੇ ਆ, ਉਹਨਾਂ ਦੀ ਪਰਵਰਿਸ਼ ਦੀ ਦਿੱਕਤ ਆ, ਤਾਂ ਕਿ ਉਹ 2 ਸਾਲ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਸਕਣ। ਉਸ ਤੋਂ ਬਾਅਦ ਦਾ ਟਾਈਮ ਜਿਵੇਂ ਆਵੇਗਾ ਉਹ ਵੀ ਦੇਖਿਆ ਜਾਵੇਗਾ। ਤੁਸੀਂ ਕਿਹੜੀ ਸੁਸਾਇਟੀ ਬਣਾਈ ਆ ਅਤੇ ਤੁਹਾਡੇ ਨਾਲ ਕਿਹੜੇ ਜਿਹੜੇ ਪ੍ਰਮੁੱਖ ਆਗੂ ਆ ਜਾਂ ਜਿਹੜੇ ਸਮਾਜ ਸੇਵਕ ਆ ਯੋਗਦਾਨ ਕਰ ਰਹੇ ਨੇ ਜਾਂ ਤੁਹਾਡੇ ਨਾਲ ਜੁੜ ਰਹੇ ਨੇ? ਸੁਸਾਇਟੀ ਦਾ ਨਾਮ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਹੈ। ਸਾਡੇ ਨਾਲ ਜੁੜਨ ਲਈ ਮੇਰੇ ਰਿਸ਼ਤੇਦਾਰ ਜਿੰਨੇ ਕੈਨੇਡਾ ਵਿੱਚ ਬੈਠੇ ਆ, ਅਮਰੀਕਾ 'ਚ ਬੈਠੇ ਆ, ਮੋਸਟਲੀ ਮੇਰੇ ਨਾਨਕੇ ਵੀ, ਮੇਰੇ ਭੈਣ ਭਤੀਜੇ ਭਾਣਜੇ ਬਾਹਰ ਆ, ਉਹਨਾਂ ਸਾਰਿਆਂ ਨੂੰ ਮੈਂ ਕਿਹਾ ਕਿ ਜੋ ਸੇਵ ਕਰ ਸਕਦੇ ਕਰੋ। ਇਸ ਵੇਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਜ਼ਰੂਰਤ ਆ, ਤਾਂ ਕਿ ਅਸੀਂ ਉਹਨਾਂ ਦੇ ਬੱਚਿਆਂ ਦੀ ਹੈਲਪ ਕਰ ਸਕੀਏ। ਅਤੇ ਕੈਨੇਡਾ ਦੇ ਵਿੱਚ ਮੇਰੀ ਸਿਸਟਰ ਇੱਕ ਸੀਨੀਅਰ ਸਿਟੀਜ਼ਨ ਕਲੱਬ ਮਿਸੀਸਾਗਾ ਦੀ ਮੈਂਬਰ ਆ, ਜਿੱਥੇ ਉਹ ਯੋਗਾ ਵੀ ਕਰਵਾਉਂਦੇ ਆ। ਉਹਨਾਂ ਦੇ ਨਾਲ ਉਹਨਾਂ ਦੀਆਂ ਸਹੇਲੀਆਂ ਕਿਹੜੀਆਂ ਉਹਨਾਂ ਨੂੰ ਪਤਾ ਹੋਏਗਾ, ਉਹ ਸੰਸਥਾ ਵੀ ਸਾਡੇ ਨਾਲ ਇੱਧਰ ਆ, ਜਿਵੇਂ ਇੱਧਰ ਹੈ ਨਾ ਪਰਿਵਾਰਕ ਮੈਂਬਰਾਂ ਤੋਂ ਇਲਾਵਾ, ਜਿਵੇਂ ਇੱਧਰ ਸ਼ਹੀਦ ਭਗਤ ਸਿੰਘ ਜੀ ਦੇ ਭਾਣਜਾ ਪ੍ਰੋਫੈਸਰ ਜਗਮੋਹਨ ਸਿੰਘ ਹੁਣੀ, ਉਹਨਾਂ ਦੇ ਨਾਲ ਵੀ ਮੇਰਾ ਸੰਪਰਕ ਆ। ਅਸੀਂ ਇਕੱਠੇ ਬੈਠ ਕੇ ਜਿਵੇਂ ਵੀ ਪ੍ਰੋਗਰਾਮ ਬਣਾ ਰਹੇ, ਇੱਕ ਅਸੀਂ ਖਟਕੜ ਕਲਾਂ ਵਿੱਚ ਹਾਲ ਬਣਾਉਣਾ ਸ਼ੁਰੂ ਕੀਤਾ, ਜਿੱਥੇ ਬਹਿ ਕੇ ਇੱਦਾਂ ਦੇ ਸਾਰੇ ਜਿਹੜੇ ਪ੍ਰੋਜੈਕਟ ਜਿਹੜੇ ਆ ਚਲਾਏ ਜਾ ਸਕਣ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਤੁਸੀਂ ਕਿਹੜੇ ਪ੍ਰੋਜੈਕਟ ਚਲਾਏ ਆ, ਜਿਵੇਂ ਸਮਾਜ ਸੇਵਾ ਲਈ ਜਾਂ ਕੋਈ ਹੋਰ? ਇਸ ਤੋਂ ਪਹਿਲਾਂ ਜਿਹੜੇ ਵੀ ਬੱਚੇ, ਉਹ ਮੈਂ ਜਿਉਂ ਨੌਕਰੀ ਚਾਹੀ ਉਦੋਂ ਸੀ, ਜਿਨ੍ਹਾਂ ਬੱਚਿਆਂ ਦੇ ਬਾਪ ਨਹੀਂ, ਫਾਦਰਲੈਸ ਬੱਚੇ ਆ, ਉਹਨਾਂ ਦੀ ਪੜ੍ਹਾਈ ਲਈ, ਪਰ ਪੜ੍ਹਨ ਲਈ ਇੰਟੈਲੀਜੈਂਟ ਆ, ਸਿਰਫ ਘਰੇਲੂ ਆਰਥਿਕ ਤੰਗੀ ਕਾਰਨ ਪੜ੍ਹ ਨਹੀਂ ਸੀ ਸਕਦੇ, ਉਹ ਬੱਚੇ ਅਪਣਾਈ ਦੇ ਸੀ। ਹਰ ਸਾਲ 15-20 ਬੱਚੇ ਸਾਡੇ ਕੋਲ ਹੁੰਦੇ ਸੀ। ਉਦੋਂ ਸੁਸਾਇਟੀ ਦਾ ਨਾਂ ਸੀ ਸਾਡੀ ਦਾ ਪੰਜਾਬ ਮਾਤਾ ਵਿਦਿਆਵਤੀ ਸੇਵਾ ਸੁਸਾਇਟੀ। ਅਤੇ ਉਦੋਂ ਬੱਚਿਆਂ ਨੂੰ ਅਸੀਂ ਜਿਹੜੇ ਪੜ੍ਹਨ ਵਾਲੇ ਸੀਗੇ, ਉਹਨਾਂ 'ਚੋਂ ਹੁਣ ਵੀ ਅਪਣਾਉਂਦੇ ਆ, ਪਰ ਹੁਣ ਮੇਨ ਸਾਡਾ ਜਿਹੜਾ ਧਿਆਨ ਆ ਉਹ ਜਿਹੜੇ ਕਿਸਾਨੀ ਮੋਰਚੇ 'ਚ ਸ਼ਹੀਦ ਹੋ ਰਹੇ ਆ ਉਹਨਾਂ ਦੇ ਪਰਿਵਾਰਾਂ ਵੱਲ ਆ। ਦੂਜੇ ਕਿਉਂਕਿ ਕਰੋਨਾ ਕਰਕੇ ਕਲਾਸਾਂ ਦੇ ਬਹੁਤਾ ਖਰਚਾ ਨਹੀਂ ਆ ਰਿਹਾ, ਇੱਥੇ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੇ ਖਰਚੇ ਘੱਟ ਗਏ ਆ, ਫੀਸਾਂ ਘੱਟ ਆ, ਅਤੇ ਇਸ ਲਈ ਅਸੀਂ ਕਿਸਾਨੀ ਮੋਰਚੇ ਵਿੱਚ ਜਿਹੜੇ ਸ਼ਹੀਦ ਹੋ ਰਹੇ ਉਹਨਾਂ ਵੱਲ ਅਸੀਂ ਜ਼ਿਆਦਾ ਧਿਆਨ ਦੇ ਰਹੇ ਹਾਂ। ਅਤੇ ਇਸੇ ਤਰ੍ਹਾਂ ਉਹਨਾਂ ਬੱਚਿਆਂ ਨੂੰ ਉਦੋਂ ਅਪਣਾ ਲਈਦਾ ਸੀਗਾ। ਜਾਂ ਇਸੇ ਤਰ੍ਹਾਂ ਇੱਕ ਸਿਲਾਈ ਸੈਂਟਰ ਵੀ ਸਾਡੇ 3 ਚੱਲਦੇ ਸੀ, ਇੱਕ ਮਾਲਪੁਰ ਵਾਲੀ ਸਾਈਡ 'ਤੇ, ਜਿਹੜਾ ਪਹਾੜਾਂ ਵਿੱਚ ਜਿੱਥੇ ਆਉਣ ਜਾਣ ਦੇ ਸਾਧਨ ਘੱਟ ਸੀ, ਉੱਥੇ ਫਰੀ ਦੇ ਵਿੱਚ ਸਿਲਾਈ ਸੈਂਟਰ, ਬੱਚੀਆਂ ਉੱਥੇ ਫਰੀ ਦੇ ਵਿੱਚ ਸਿੱਖਦੀਆਂ ਸੀ, ਟੀਚਰ ਉੱਥੇ ਰੱਖਦੇ ਦੀ ਸੀ। ਇਸੇ ਤਰ੍ਹਾਂ ਇੱਕ ਬੰਗਿਆਂ ਦੇ ਵਿੱਚ 2008 ਤੋਂ ਚੱਲ ਰਿਹਾ ਆ ਲਗਾਤਾਰ, ਕਰੋਨਾ ਕਰਕੇ ਅੱਜ ਕੱਲ੍ਹ ਬੰਦ ਆ ਵੈਸੇ, ਅਤੇ ਇੱਕ ਕੰਮ ਹੀ ਚੱਲ ਰਿਹਾ ਸੀ। ਇਸ ਤਰ੍ਹਾਂ ਦੇ ਕੰਮ। ਜਿਵੇਂ ਕਿਸਾਨੀ ਸੰਘਰਸ਼ ਦੇ ਲਈ ਤੁਸੀਂ ਕੀ ਸਮਝਦੇ ਆ ਕਿ ਸਰਕਾਰ ਦੀਆਂ ਨੀਤੀਆਂ ਕਿਹੋ ਜਿਹੀਆਂ ਹਨ? ਕੀ ਖਦਸ਼ਾ ਆਉਣ ਵਾਲੇ ਸਮੇਂ ਦੇ ਵਿੱਚ? ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਅਤੇ ਸਰਕਾਰ ਦੀ ਮਨਸ਼ਾ ਬਹੁਤ ਖਤਰਨਾਕ ਲੱਗਦੀ ਆ। ਮੈਂ ਪਹਿਲਾਂ ਵੀ ਜਿਵੇਂ ਹੁਣ ਦੱਸਿਆ ਕਿ ਉਹ ਚਾਹੁੰਦੇ ਆ ਕਿ ਇਸ ਕਿਸਾਨੀ ਸੰਘਰਸ਼ ਨੂੰ ਖੇਰੂ ਕਰ ਦਿੱਤਾ ਜਾਵੇ ਅਤੇ ਅਸਫਲ ਕਰ ਦਿੱਤਾ ਜਾਵੇ, ਪਰ ਇਹ ਹੋਵੇਗਾ ਨਹੀਂ, ਕਿਉਂਕਿ ਦੇਸ਼ ਨੂੰ ਬਚਾਉਣ ਵਾਲੇ ਵੀ ਬਹੁਤ ਆ, ਦੇਸ਼ ਦੇ ਹਿਤੈਸ਼ੀ ਵੀ ਬਹੁਤ ਆ। ਇਹ ਹਿੰਦੁਸਤਾਨ ਹੈ, ਇਹ ਭਾਰਤ ਹੈ, ਇੱਥੇ ਦੇ ਜਿਹੜੇ ਅਸਲੀ ਵਸਨੀਕ ਜਿਨ੍ਹਾਂ ਨੂੰ ਅਸੀਂ ਕਹੀਏ, ਉਹਨਾਂ ਦੇ ਅੰਦਰ ਦੇਸ਼ ਪਿਆਰ ਕੁੱਟ ਕੇ ਤੁਸੀਂ ਕਿੱਦਾਂ ਸਮਝਦੇ ਆ ਕਿ ਇਸ ਸੰਘਰਸ਼ ਨੂੰ ਖੇਰੂ ਕੀਤਾ ਜਾ ਸਕਦਾ ਆ, ਜਾਂ ਕਿਹੜੇ ਹੱਥ ਕੰਡੇ ਵਰਤਾਏ ਜਾ ਸਕਦੇ? 25 ਜਨਵਰੀ ਨੂੰ ਜੋ ਹੋਇਆ, ਉਸ ਤੋਂ ਬਾਅਦ ਫਿਰ 22
ਜਨਵਰੀ ਨੂੰ ਵੀ ਹੋਇਆ। ਉਹਨਾਂ ਨੇ ਜਿਹੜੇ ਉੱਥੋਂ ਕਿਸਾਨੀ ਆਗੂ ਫੜ ਰਹੇ, ਕਿਸਾਨ ਸੰਘਰਸ਼ ਦੇ ਦਿੱਲੀ ਜੋ ਮੋਰਚਾ ਚੱਲ ਰਿਹਾ, ਉਸ ਦੇ ਵਿੱਚ ਨਿੱਤ ਉਹਨਾਂ ਦੇ ਛੱਡੇ ਹੋਏ ਬੰਦੇ ਜਿਹੜੇ ਉੱਥੇ ਗੜਬੜ ਕਰਨ ਲਈ ਆਉਂਦੇ ਆ, ਉਹ ਸਪਸ਼ਟ ਕਰਦੇ ਆ ਕਿ ਉਹ ਇਸ ਨੂੰ ਕਿਸ ਤਰ੍ਹਾਂ ਸਰਕਾਰ ਸੋਚਦੀ ਆ, ਖ਼ਤਮ ਕਰਨਾ ਚਾਹੁੰਦੀ ਆ, ਬਰਬਾਦ ਕਰਨਾ ਚਾਹੁੰਦੀ ਆ। ਇਸੇ ਤਰ੍ਹਾਂ ਹੁਣ ਜਿਹੜੇ ਤੇ ਦੱਸਿਆ ਕਿ ਹਫ਼ਤਾ ਕੀ ਹੋਇਆ ਜਿਸ ਦਿਨ ਅੱਗ ਲਗਾਈ ਆ ਉੱਥੇ ਦੂਜੇ 'ਤੇ ਸਿੰਘੂ ਬਾਰਡਰ 'ਤੇ, ਇਹ ਉਸ ਸਾਰੀਆਂ ਸਰਕਾਰ ਦੀਆਂ ਮਨਸ਼ਾ ਜਿਹੜੀ ਕੀ ਆ ਸਾਬਤ ਨਹੀਂ ਹੋ ਰਹੀ, ਸਭ ਕੁਛ ਹੋ ਰਹੀ ਆ। ਅਤੇ ਫੁੱਟ ਪਾਉਣ ਲਈ ਨਿੱਤ ਹੱਥ ਕੰਡੇ ਜਿਹੜੇ ਵਰਤ ਰਹੇ ਆ। ਇੱਕ ਪਾਸੇ ਬੱਚਿਆਂ ਨੂੰ ਗੁੰਮਰਾਹ ਕਰਨ ਲਈ ਉਹਨਾਂ ਨੂੰ ਐਕਸਾਈਟ ਕਰ ਰਹੇ ਕਿ ਕਦੋਂ ਗੜਬੜ ਕਰਨ ਅਤੇ ਕਦੋਂ ਉਹ ਕਹਿ ਦੇਣ ਕਿ ਇਹ ਅੱਤਵਾਦੀ ਆ। ਖੁਦ ਉਹਨਾਂ ਨੂੰ ਐਕਸਾਈਟ ਕਰਨ ਦਾ ਉਹਨਾਂ ਦਾ ਯਤਨ ਆ ਕਿ ਉਹਨਾਂ ਦੇ ਕੋਲੋਂ ਇੱਦਾਂ ਦਾ ਕੰਮ ਕਰਵਾਇਆ ਜਾਵੇ ਕਿ ਬਾਅਦ ਵਿੱਚ ਉਹਨਾਂ ਨੂੰ ਉਹ ਤਸ਼ੱਦਦ ਉਹਨਾਂ 'ਤੇ ਕਰਨ। ਫਿਰ ਪੰਜਾਬ ਦੇ ਵਿੱਚ ਅਤੇ ਦੇਸ਼ ਦੇ ਵਿੱਚ ਜਿਹੜੇ ਵੀ ਸੰਘਰਸ਼ ਦੇ ਨਾਲ ਲੱਗੇ ਹੋਇਆ ਉਹਨਾਂ ਦੇ ਉੱਤੇ ਉਹ ਅਤਿਆਚਾਰ ਕਰ ਸਕਣ ਅਤੇ ਲੋਕਾਂ ਨੂੰ ਉਹ ਬਾਗੀ ਕਰਾਰ ਦੇਣ। ਇਹ ਸਰਕਾਰ ਦੀ ਮਨਸ਼ਾ ਸਾਫ਼ ਜ਼ਾਹਰ ਹੋ ਰਹੀ ਆ। ਇਹ ਸਨ ਬੀਬੀ ਮਨਜੀਤ ਕੌਰ ਬੋਲਾ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਨੂੰ ਤਾਰੋ-ਪੀੜ ਕਰਨ ਦੇ ਲਈ ਸਰਕਾਰ ਦੇ ਬਹੁਤ ਸਾਰੇ ਯਤਨ ਹਨ ਔਰ ਨੌਜਵਾਨਾਂ ਨੂੰ ਉਕਸਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਇਹੋ ਜਿਹੇ ਯਤਨ ਕੀਤੇ ਜਾ ਰਹੇ ਹਨ ਜਿਹਦੇ ਨਾਲ ਸੰਘਰਸ਼ ਨੂੰ ਫੇਲ ਕੀਤਾ ਜਾਵੇ। ਔਰ ਆਪਾਂ ਨੂੰ ਸਮੂਹ ਪੰਜਾਬੀਆਂ ਨੂੰ ਕਹਿੰਦੇ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ। ਇਹਨਾਂ ਨੇ ਵੱਖੋ ਵੱਖਰੇ ਮੁੱਦਿਆਂ ਦੇ ਉੱਤੇ ਆਪਣੇ ਨਾਲ ਗੱਲਬਾਤ ਕੀਤੀ ਹੈ। ਮੈਂ ਜਸਵੀਰ ਸਿੰਘ ਨੂਰਪੁਰ, ਮੇਰੇ ਨਾਲ ਕੈਮਰਾਮੈਨ ਗੁਰਜਿੰਦਰ ਸਿੰਘ ਗੁਰੂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।